खुदावंद यसु मसीह दे उच्चे सुच्चे कद्दूस अते बरहक नाम विच तुहानू सबना वेखण वालियां नू अते सुनन वालियां नू तारिक चौधरी वालों ढेरां ढेर सलामा होण। भैणों ते भराओ, इस तो पहला कि असी अज दी गलबात दा मुੱਢ बन्नीए ਅਤੇ ਅੱਜ ਦੀ ਤਮਸੀਲ ਦੇ ਸਹਾਰੇ ਅੱਜ ਦੇ ਮੌਜੂ ਨੂੰ ਲੈ ਕੇ ਅਗਾਂਹ ਟੁਰੀਏ, ਲੋੜ ਇਸ ਗੱਲ ਦੀ ਏ ਕਿ ਅਸੀਂ ਆਪਣੇ ਆਸਮਾਨੀ ਅਤੇ ਸੋਹਣੇ ਬਾਪ ਦੇ ਅਜ਼ੀਮ ਤਖਤ ਦੇ ਸਾਹਮਣੇ ਆਪਣੇ ਸਿਰਾਂ ਨੂੰ ਝੁਕਾਈਏ ਅਤੇ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਅਤੇ ਆਪਣੀ ਝੋਲੀ ਉਹਦੇ ਸੋਹਣੇ ਅਤੇ ਅਜ਼ੀਮ ਤਖਤ ਦੇ ਸਾਹਮਣੇ ਖਿਲਾਰੀਏ ਤਾਂ ਜੋ ਉਹ ਸਾਨੂੰ ਆਸਮਾਨੀ ਖਜ਼ਾਨਿਆਂ ਵਿੱਚੋਂ ਅਜਿਹੀ ਹਕਮਤ ਦੀ ਖੈਰ ਪਾਵੇ, ਅਜਿਹੀ ਦਾਨਸ਼ ਦੀ ਖੈਰ ਪਾਵੇ, ਅਜਿਹੀ ਦਾਨਾਈ ਦੀ ਖੈਰ ਪਾਵੇ, ਅਜਿਹੀ ਅਕਲ ਦੀ ਖੈਰ ਪਾਵੇ, ਅਜਿਹੇ ਇਲਮ ਦੀ ਖੈਰ ਪਾਵੇ, ਅਜਿਹੇ ਸ਼ਾਊਰ ਦੀ ਖੈਰ ਪਾਵੇ, ਅਜਿਹੇ ਫਹਿਮ ਦੀ ਖੈਰ ਪਾਵੇ, ਅਜਿਹੀ ਆਗਹੀ ਦੀ ਖੈਰ ਪਾਵੇ, ਅਜਿਹੇ ਇਦਰਾਕ ਦੀ ਖੈਰ ਪਾਵੇ, ਅਜਿਹੇ ਨੌਲੇਜ ਦੀ ਖੈਰ ਪਾਵੇ, ਅਜਿਹੀ ਵਿਜ਼ਡਮ ਦੀ ਖੈਰ ਪਾਵੇ ਅਤੇ ਅਜਿਹੀ ਸਿਆਣਪ ਦੀ ਖੈਰ ਪਾਵੇ ਭਈ ਸਾਨੂੰ ਉਹਦੇ ਸੁੱਚੇ ਅਤੇ ਉੱਚੇ ਕਲਾਮ ਨੂੰ ਸਮਝਣ ਦੀ ਤੌਫੀਕ ਹਾਸਲ ਹੋ ਜਾਵੇ ਅਤੇ ਸਾਡੇ ਸਭੇ ਕੋਝੇ ਅਤੇ ਗਨੋਨੇ ਕੰਮ ਉਹਦੇ ਪਾਕੀਜ਼ਾ ਅਤੇ ਪਵਿੱਤਰ ਕਲਾਮ ਦੀ ਬਰਖਾ ਵਿੱਚ ਧੁੱਪ ਜਾਣ ਅਤੇ ਆਉਣ ਵਾਲਿਆਂ ਦਿਹਾੜਿਆਂ ਵਿੱਚ ਅਸੀਂ ਉਹਦੇ ਕਲਾਮ ਦੀ ਲੋਅ ਵਿੱਚ ਟੁਰਨ ਦੇ ਲਾਇਕ ਬਣ ਜਾਵੀਏ ਤਾਂ ਜੋ ਆਖਿਰਕਾਰ ਅਸੀਂ ਉਹਦੇ ਸੋਹਣੇ ਪੁੱਤਰ ਆਪਣੇ ਖੁਦਾਵੰਦ ਯਿਸੂ ਮਸੀਹ ਦੀ ਕਚਹਿਰੀ ਵਿੱਚੋਂ ਹਮੇਸ਼ਾ ਦੀ ਹਯਾਤੀ ਦਾ ਤਾਜ ਪਾਉਣ ਵਿੱਚ ਕਾਮਯਾਬ ਹੋ ਜਾਵੀਏ। ਆਓ ਦੁਆ ਮੰਗੀਏ। ਖੁਦਾਵੰਦ ਯਿਸੂ ਮਸੀਹ ਦੇ ਸੋਹਣੇ ਉੱਚੇ ਕਦੂਸ ਅਤੇ ਬਰਹਕ ਨਾਂ ਦੇ ਵਸੀਲੇ ਵਿੱਚ ਸਾਡੇ ਅਜ਼ਲੀ ਅਤੇ ਆਸਮਾਨੀ ਪਵਿੱਤਰ ਅਤੇ ਕਦੂਸ ਬਰਹਕ ਅਤੇ ਲਾ ਤਬਦੀਲ ਬਾਪ, ਅਸੀਂ ਦਿਲੋਂ ਜਾਨੋਂ ਸ਼ੁਕਰਗੁਜ਼ਾਰੀ ਕਰਦੇ ਹਾਂ ਭਈ ਤੂੰ ਸਾਨੂੰ ਆਪਣੀ ਪਿਦਰਾਨਾ ਸ਼ਫਕਤ ਦੇ ਨਾਲ ਅੱਜ ਦੇ ਦਿਨ ਤੋੜੀ ਜ਼ਿੰਦਿਆਂ ਦੀ ਜ਼ਮੀਨ ਉੱਤੇ ਰਹਿਣ ਦਾ ਹੱਕ ਅਤਾ ਕੀਤਾ ਅਤੇ ਅਸੀਂ ਅੱਜ ਦੇ ਇਸ ਸੋਹਣੇ ਵੇਲੇ ਵਾਸਤੇ ਵੀ ਦਿਲੋਂ ਜਾਨੋਂ ਤੇਰੀ ਪਾਕ ਜਨਾਬ ਦਾ ਸ਼ੁਕਰ ਅਦਾ ਕਰਦੇ ਹਾਂ ਜਿਹੜਾ ਸਾਨੂੰ ਤੂੰ ਅਤਾ ਕੀਤਾ ਤਾਂ ਜੋ ਅਸੀਂ ਇੱਕ ਵਾਰੀ ਫੇਰ ਆਪਣੇ ਆਪ ਨੂੰ ਤੇਰੇ ਪਾਕੀਜ਼ਾ ਸੁੱਚੇ ਅਤੇ ਸੱਚੇ ਕਲਾਮ ਦੇ ਸ਼ੀਸ਼ੇ ਵਿੱਚ ਵੇਖਣ ਦੇ ਕਾਬਲ ਬਣ ਜਾਵੀਏ ਤਾਂ ਜੋ ਸਾਨੂੰ ਸਾਡੀ ਹਯਾਤੀ ਦੇ ਇੱਕ ਇੱਕ ਦਾਗ ਧੱਬੇ ਦਾ ਇਲਾਜ ਮਿਲ ਜਾਵੇ। ਸਾਡੇ ਅਜ਼ਲੀ ਅਤੇ ਆਸਮਾਨੀ ਬਾਪ, ਮੈਂ ਆਪਣੇ ਕਮਜ਼ੋਰ ਹੋਣ ਦਾ ਇਤਰਾਫ ਕਰਦਾ ਹਾਂ। ਜਦ ਤੀਕ ਤੂੰ ਮੇਰੀ ਰਹਿਨਮਾਈ ਨਾ ਕਰੇ ਮੈਂ ਤੇਰੇ ਕਲਾਮ ਦੀਆਂ ਭੇਤਾਂ ਨੂੰ, ਤੇਰੇ ਕਲਾਮ ਦੀਆਂ ਰਾਜ਼ਾਂ ਨੂੰ, ਤੇਰੇ ਕਲਾਮ ਦੀਆਂ ਹਕੀਕਤਾਂ ਨੂੰ ਅਤੇ ਤੇਰੇ ਕਲਾਮ ਦੀਆਂ ਸੱਚਾਈਆਂ ਨੂੰ ਪੂਰੀ ਸਫਾਈ ਅਤੇ ਸੁਥਰਾਈ ਨਾਲ ਤੇਰੇ ਲੋਕਾਂ ਤੀਕ ਅਪਣਾਉਣ ਵਿੱਚ ਕਾਮਯਾਬ ਨਹੀਂ ਹੋ ਸਕਦਾ। ਸੋ ਤੂੰ ਆਪਣੇ ਬੰਦੇ ਨੂੰ ਤੌਫੀਕ ਦੇ ਭਈ ਤੇਰਾ ਬੰਦਾ ਤੇਰੇ ਉੱਚੇ ਅਤੇ ਸੁੱਚੇ ਕਲਾਮ ਦੀਆਂ ਲੋਵਾਂ ਤੇਰੇ ਲੋਕਾਂ ਤੀਕ ਅਪਣਾਉਣ ਵਿੱਚ ਕਾਮਯਾਬ ਹੋ ਜਾਵੇ। ਸੁਣਨ ਵਾਲਿਆਂ ਨੂੰ ਅਤੇ ਵੇਖਣ ਵਾਲਿਆਂ ਨੂੰ ਤੌਫੀਕ ਅਤਾ ਕਰ ਭਈ ਉਹ ਤੇਰੇ ਕਲਾਮ ਦਾ ਮੁੱਲ ਪਾਣ, ਤੇਰੇ ਕਲਾਮ ਨੂੰ ਆਪਣਿਆਂ ਦਿਲਾਂ ਦੀਆਂ ਤਖਤੀਆਂ ਉੱਤੇ ਲਿਖ ਲੈਣ ਅਤੇ ਫਿਰ ਤੇਰੇ ਕਲਾਮ ਉੱਤੇ ਕਾਰਬੰਦ ਹੋ ਕੇ ਅਤੇ ਅਮਲ ਪੈਰਾ ਹੋ ਕੇ ਆਪਣੀ ਆਪਣੀ ਹਯਾਤੀ ਦੀ ਦੌੜ ਨੂੰ ਪੂਰਾ ਕਰਨ ਤਾਂ ਜੋ ਅਸੀਂ ਸਭੇ ਆਖਿਰਕਾਰ ਤੇਰੇ ਪੁੱਤਰ ਆਪਣੇ ਖੁਦਾਵੰਦ ਯਿਸੂ ਮਸੀਹ ਦੀ ਕਚਹਿਰੀ ਵਿੱਚੋਂ ਹਮੇਸ਼ਾ ਦੀ ਹਯਾਤੀ ਦਾ ਤਾਜ ਹਾਸਲ ਕਰਨ ਵਿੱਚ ਕਾਮਯਾਬ ਹੋ ਸਕੀਏ। ਇਹ ਸਭ ਕੁਝ ਖੁਦਾਵੰਦ ਯਿਸੂ ਮਸੀਹ ਦੇ ਸੋਹਣੇ ਉੱਚੇ ਕਦੂਸ ਅਤੇ ਬਰਹਕ ਨਾਂ ਦੇ ਵਸੀਲੇ ਵਿੱਚ ਮੰਗਦੇ ਹਾਂ।
ਸੁਨ ਅਤੇ ਬਖਸ਼ ਦੇ। ਆਮੀਨ। ਭੈਣੋ ਤੇ ਭਰਾਓ, ਆਓ ਅੱਜ ਦੀ ਤਮਸੀਲ ਸੁਣਦੇ ਹਾਂ। ਵੱਡੇ ਦੱਸਦੇ ਨੇ ਭਈ ਪੁਰਾਣਿਆਂ ਵੇਲਿਆਂ ਵਿੱਚ ਇੱਕ ਸ਼ਹਿਰ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ। ਉਹਦੇ ਕੋਲ 2 ਖੋਤੇ ਸਨ ਅਤੇ ਉਹ ਕਰਦਾ ਕੀ ਸੀ ਭਈ ਸ਼ਹਿਰੋਂ ਬਾਹਰ ਵਾਲੇ ਪੁਰਾਣੇ ਖੰਡਰ ਵਿੱਚ ਜਾਂਦਾ ਅਤੇ ਉੱਥੋਂ ਕਈ ਦੇ ਨਾਲ ਮਿੱਟੀ ਪੁੱਟਦਾ, ਉਸ ਮਿੱਟੀ ਨੂੰ ਬੋਰਿਆਂ ਵਿੱਚ ਭਰਦਾ ਅਤੇ ਉਹ ਬੋਰੇ ਆਪਣੇ ਖੋਤਿਆਂ ਉੱਤੇ ਲੱਦ ਕੇ ਸ਼ਹਿਰ ਵਿੱਚ ਲਿਆਉਂਦਾ ਅਤੇ ਲੋੜਮੰਦਾਂ ਦੇ ਅੱਗੇ ਵੇਚ ਕੇ ਆਪਣਾ ਅਤੇ ਆਪਣੇ ਬਾਲ ਬੱਚੇ ਦਾ ਢਿੱਡ ਪਾਲਦਾ। ਇੱਕ ਦਿਹਾੜੇ ਇੰਜ ਹੋਇਆ ਭਈ ਜਦੋਂ ਉਹ ਉਸ ਪੁਰਾਣੇ ਖੰਡਰ ਵਿੱਚ ਆਪਣੀ ਕਈ ਦੇ ਨਾਲ ਆਪਣੇ ਮੂੰਹ ਧਿਆਨੇ ਮਾਰੋ ਮਾਰ ਮਿੱਟੀ ਪੁੱਟਣ ਡਿਆ ਸੀ ਤਾਂ ਉਹਨੇ ਮਹਿਸੂਸ ਕੀਤਾ ਭਈ ਜਿਵੇਂ ਉਹਦੀ ਕਈ ਦਾ ਟੱਪਾ ਮਿੱਟੀ ਦੀ ਬਜਾਏ ਕਿਸੇ ਸਖਤ ਸ਼ੈ ਉੱਤੇ ਵੱਜਾ ਹੋਵੇ। ਉਸ ਕੀ ਕੀਤਾ ਭਈ ਆਪਣੀ ਕਈ ਤਾਂ ਰੱਖੀ ਇੱਕ ਪਾਸੇ ਅਤੇ ਹੱਥਾਂ ਨਾਲ ਮਿੱਟੀ ਪਰਾਂ ਹਿਟਾਉਣ ਲੱਗਾ ਤਾਂ ਜੋ ਵੇਖ ਸਕੇ ਭਈ ਉਹ ਸਖਤ ਸ਼ੈ ਕੀ ਏ ਜਿਹਦੇ ਉੱਤੇ ਉਹਦੀ ਕਈ ਇੰਨੇ ਜ਼ੋਰ ਨਾਲ ਵੱਜੀ ਏ। 2-4 ਪਲ ਮਿੱਟੀ ਪਰਾਂ ਹਿਟਾਉਣ ਤੋਂ ਬਾਅਦ ਕੀ ਵੇਖਦਾ ਏ ਭਈ ਮਿੱਟੀ ਦਾ ਇੱਕ ਵੱਡਾ ਸਾਰਾ ਘੜਾ ਏ ਜਿਹਨੂੰ ਕਈ ਦਾ ਟੱਪਾ ਵੱਜਣ ਸਬਬੋਂ ਇੱਕ ਪਾਸਿਓਂ ਤਰੇੜ ਆ ਗਈ ਹੈ। ਉਹਨੂੰ ਉਸ ਤਰੇੜ ਦੇ ਵਿੱਚੋਂ ਦੀ ਲਿਸ਼ਕਾਰੇ ਮਾਰਨ ਵਾਲੀ ਕਿਸੇ ਸ਼ੈ ਦਾ ਝੌੜਾ ਪਿਆ ਤਾਂ ਉਹਨੇ ਕਾਲੀ ਅਤੇ ਛੇਤੀ ਉਸ ਮਿੱਟੀ ਦੇ ਵੱਡੇ ਸਾਰੇ ਘੜੇ ਦੇ ਆਲ ਦੁਆਲਿਓਂ ਜਦੋਂ ਮਿੱਟੀ ਪਰਾਂ ਕੀਤੀ ਤਾਂ ਇਹ ਵੇਖ ਕੇ ਉਹਦੀ ਹੈਰਾਨੀ ਦਾ ਕੋਈ ਹੱਦ ਬੰਨਾ ਨਾ ਰਿਹਾ ਭਈ ਮਿੱਟੀ ਦਾ ਉਹ ਵੱਡਾ ਸਾਰਾ ਘੜਾ ਕੀਮਤੀ ਹੀਰਿਆਂ ਅਤੇ ਮੋਤੀਆਂ ਨਾਲ ਉੱਤੋਂ ਤੀਕ ਭਰਿਆ ਹੋਇਆ ਸੀ ਅਤੇ ਉਹ ਮਿੱਟੀ ਦਾ ਵੱਡਾ ਸਾਰਾ ਘੜਾ ਇਕੱਲਾ ਹੀ ਨਹੀਂ ਸੀ ਸਗੋਂ ਉਹਦੇ ਨਾਲ 5-7 ਉਹ ਜਿਹੇ ਮਿੱਟੀ ਦੇ ਹੋਰ ਵੱਡੇ ਘੜੇ ਪਏ ਸਨ ਅਤੇ ਉਹ ਸਭੇ ਵੀ ਉਸ ਘੜੇ ਵਾਂਗੂ ਕੀਮਤੀ ਮੋਤੀਆਂ ਅਤੇ ਹੀਰਿਆਂ ਨਾਲ ਉੱਤੋਂ ਤੀਕ ਭਰੇ ਹੋਏ ਸਨ। ਇਹ ਵੇਖਦਿਆਂ ਸਾਰ ਹੀ ਸਿਰ ਦੀਆਂ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਨੌਵਾਂ ਤੀਕ ਹੈਰਾਨੀ ਅਤੇ ਪਰੇਸ਼ਾਨੀ ਦੇ ਨਾਲ ਉਹਨੂੰ ਆਪਣਾ ਵਜੂਦ ਵੀ ਮਿੱਟੀ ਦੇ ਇੱਕ ਬੇਜਾਨ ਬੁੱਤ ਵਰਗਾ ਲੱਗਾ। ਉਹਦਾ ਸਾਰੇ ਦਾ ਸਾਰਾ ਜਿਸਮ ਇੱਕਦਮ ਸੁੰਨ-ਮੁੰਨ ਹੋ ਗਿਆ। ਉਹਦਿਆਂ ਹੱਥਾਂ ਪੈਰਾਂ ਵਿੱਚੋਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ। ਉਹਦਿਆਂ ਬੁੱਲਾਂ ਉੱਤੇ ਜਿਵੇਂ ਚੁੱਪਦੇ ਜੰਦਰੇ ਵੱਜ ਗਏ ਹੋਣ। ਉਹਦਾ ਮੂੰਹ ਖੁੱਲੇ ਦਾ ਖੁੱਲਾ ਹੀ ਰਹਿ ਗਿਆ ਅਤੇ ਉਹਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਹੀ ਰਹਿ ਗਈਆਂ। ਉਹਨੂੰ ਲੱਗਾ ਜਿਵੇਂ ਵੇਲੇ ਦੇ ਉੱਡ-ਪੁੱਡ ਜਾਣੇ ਪੰਛੀ ਦੀਆਂ ਰਗਾਂ ਵਿੱਚ ਦੌੜਦਾ ਹੋਇਆ ਗਰਮਾ ਗਰਮ ਖੂਨ ਇੱਕਦਮ ਠੰਡਾ ਹੋ ਗਿਆ ਹੋਵੇ ਅਤੇ ਜਿਵੇਂ ਉਹਦੇ ਆਲ ਦੁਆਲੇ ਦੀ ਇੱਕ ਸ਼ੈ ਮੂੰਹ ਵਿੱਚ ਉਂਗਲੀ ਪਾ ਕੇ ਉਹਦੇ ਨਾਲ ਹੋਣ ਵਾਲੇ ਉਸ ਤਮਾਸ਼ੇ ਦਾ ਨਜ਼ਾਰਾ ਕਰਨ ਲੱਗ ਪਈ ਹੋਵੇ। ਇੱਕ ਪਲ ਵਾਸਤੇ ਉਸ ਪੁਰਾਣੇ ਖੰਡਰ ਦੇ ਪਿੱਛੇ ਲੁਕੇ ਹੋਏ ਸ਼ੀਸ਼ ਮਹੱਲਾਂ ਦੇ ਲਸ਼ਕਾਰੇ ਉਹਦੇ ਦਿਲ ਦਿਮਾਗ ਉੱਤੇ ਪੈਣ ਲੱਗ ਪਏ ਅਤੇ ਉਹਦੀਆਂ ਸੋਚਾਂ ਆਸਮਾਨਾਂ ਨਾਲ ਖਹਿਣ ਲੱਗ ਪਈਆਂ। ਉਹਨੂੰ ਯਕੀਨ ਨਹੀਂ ਸੀ ਆਉਣ ਡਿਆ ਭਈ ਇਹ ਸਭ ਕੁਝ ਉਹ ਸੱਚੀ ਮੁੱਚੀ ਵੇਖਣ ਡਿਆ ਏ ਜਾਂ ਫਿਰ ਕਿਸੇ ਸੁਨਹਿਰੇ ਸੁਪਨੇ ਨੇ ਉਹਦੀਆਂ ਅੱਖਾਂ ਵਿੱਚ ਭੁਲੇਖਿਆਂ ਦੀ ਧੂੜ ਪਾ ਦਿੱਤੀ ਹੈ। ਉਹਨੂੰ ਯਕੀਨ ਆਉਂਦਾ ਵੀ ਕਿਸ ਤਰ੍ਹਾਂ, ਤਰਸੇਵਿਆਂ ਦੀ ਰੋਟੀ ਖਾਂਦਿਆਂ ਅਤੇ ਸਹਿਕਵਾਣੀ ਦਾ ਪਾਣੀ ਪੀਂਦਿਆਂ ਉਸ ਨਿਮਾਣੇ ਦੀ
ਉਸ ਵਿਚਾਰੇ ਦੀ ਉਮਰ ਬੀਤ ਗਈ ਸੀ ਅਤੇ ਕੁਦਰਤ ਨੇ ਹੁਣ ਉਹਨੂੰ ਇੱਕ ਅਜਿਹੇ ਮੋੜ ਉੱਤੇ ਲਿਆ ਖਿਲਾਰਿਆ ਸੀ ਭਈ ਉਹਦੇ ਪਿਛਲੇ ਪਾਸੇ ਦੂਰ ਤੀਕ ਕੁੱਪ ਹਨੇਰਿਆਂ ਦੇ ਲੰਮੇ ਸਿਲਸਿਲੇ ਉਹਨੂੰ ਘੂਰੀਆਂ ਪਾ ਪਾ ਕੇ ਵੇਖਣ ਡਏ ਸਨ ਅਤੇ ਉਹਦੇ ਅਗਲੇ ਪਾਸੇ ਹਜ਼ਾਰਾਂ ਲੱਖਾਂ ਸੂਰਜ ਉਹਦੀਆਂ ਰਾਹਾਂ ਵਿੱਚ ਨੈਣ ਵਿਛਾ ਕੇ ਬੜੀ ਬੇਕਰਾਰੀ ਅਤੇ ਬੇਤਾਬੀ ਨਾਲ ਉਹਦੀਆਂ ਉਡੀਕਾਂ ਵਿੱਚ ਬੈਠੇ ਸਨ। ਲਓ ਜੀ, ਅੱਧਾ ਘੰਟਾ ਪੌਣਾ ਘੰਟਾ ਹੱਥ ਪੈਰ ਮਾਰਨ ਤੋਂ ਬਾਅਦ ਉਹ ਹੈਰਾਨੀ ਦੀ ਉਸ ਦਲਦਲ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ ਅਤੇ ਹੁਣ ਵੇਲਾ ਸੀ ਭਈ ਉਹ ਫੈਸਲਾ ਕਰਦਾ ਭਈ ਉਸ ਸ਼ਾਹੀ ਖਜ਼ਾਨੇ ਨੂੰ ਠਿਕਾਣੇ ਲਾਉਣ ਵਾਸਤੇ ਉਹਨੂੰ ਕਰਨਾ ਕੀ ਚਾਹੀਦਾ ਹੈ। ਉਹਦੇ ਦਿਮਾਗ ਦੀ ਤੰਗ ਅਤੇ ਹਨੇਰ ਕੋਠੜੀ ਵਿੱਚ ਖਿਆਲਾਂ ਦੇ ਵੱਡੇ ਵੱਡੇ ਭੂਤ ਆਪੋ ਵਿੱਚ ਗੁੱਥਮ ਗੁੱਥਾ ਹੋਣ ਡਏ ਸਨ। ਇਹ ਸੋਚ ਸੋਚ ਕੇ ਉਹਨੂੰ ਠੰਡੀਆਂ ਤਤੀਆਂ ਤਰੇਲੀਆਂ ਆਉਣ ਡਈਆਂ ਸਨ ਭਈ ਜੇ ਉਹਨੇ ਇਸ ਖਜ਼ਾਨੇ ਨੂੰ ਆਪਣੇ ਘਰ ਖੜਨ ਦੀ ਕੋਸ਼ਿਸ਼ ਕੀਤੀ ਅਤੇ ਆਂਢੀਆਂ ਗਵਾਂਢੀਆਂ ਨੂੰ ਪਤਾ ਲੱਗ ਗਿਆ ਤਾਂ ਉਹਦੀ ਖੇਡ ਖਰਾਬ ਹੋ ਸਕਦੀ ਹੈ। ਯਾਨੀ ਸ਼ਹਿਰ ਦੇ ਲੋਕਾਂ ਨੇ ਉਹਦੇ ਕੋਲੋਂ ਇਹ ਖਜ਼ਾਨਾ ਖੋ ਲੈਣਾ ਹੈ ਅਤੇ ਉਹਨੇ ਗੁਰਬਤ ਅਤੇ ਅਫਲਾਸ ਦੇ ਅੰਨੇ ਖੂਹ ਵਿੱਚ ਅੱਡੀਆਂ ਰਗੜਦਿਆਂ ਅਤੇ ਹੱਥ ਮਲਦਿਆਂ ਰਹਿ ਜਾਣਾ ਹੈ। ਅਖੀਰ ਉਹਦੇ ਮਨ ਵਿੱਚ ਇੱਕ ਤਰਕੀਬ ਆਈ। ਉਹਨੇ ਕੀ ਕੀਤਾ ਭਈ ਉਸ ਖਜ਼ਾਨੇ ਉੱਤੇ ਚੋਖੀ ਸਾਰੀ ਮਿੱਟੀ ਪਾ ਦਿੱਤੀ ਅਤੇ ਆਪਣੇ ਘਰ ਨੂੰ ਟੁਰ ਆਇਆ। 2-4 ਦਿਹਾੜਿਆਂ ਦੀ ਭੱਜ ਦੌੜ ਤੋਂ ਬਾਅਦ ਉਹਨੇ ਆਪਣਾ ਕੋਠਾ ਕੁੱਲਾ ਵੇਚਿਆ ਅਤੇ ਆਪਣੇ ਬਾਲ ਬੱਚੇ ਨੂੰ ਨਾਲ ਲੈ ਕੇ ਬਾਹਰ ਵਾਲੇ ਉਸ ਪੁਰਾਣੇ ਖੰਡਰ ਵਿੱਚ ਕੁੱਲੀ ਪਾ ਕੇ ਜਾ ਵਸੋਂ ਕੀਤੀ। ਹੁਣ ਉਹਦੇ ਭੈਣਾ ਭਰਾ, ਉਹਦੇ ਅੰਗ ਸਾਕ, ਉਹਦੇ ਸੱਜਣ ਬੇਲੀ, ਉਹਦੇ ਆਂਢੀ ਗਵਾਂਢੀ ਅਤੇ ਉਹਦੇ ਜਾਣ ਪਛਾਣ ਵਾਲੇ ਉਹਦੇ ਇਸ ਪਾਗਲਪਨ ਤੋਂ ਅਤੇ ਉਹਦੀ ਇਸ ਦੀਵਾਨਗੀ ਤੋਂ ਹੈਰਾਨ ਪਰੇਸ਼ਾਨ ਸਨ। ਉਹ ਸਭੇ ਉਹਦੇ ਪਿੱਛੇ ਉਸ ਪੁਰਾਣੇ ਖੰਡਰ ਵਿੱਚ ਗਏ ਅਤੇ ਆਖਣ ਲੱਗੇ ਭਈ ਤੂੰ ਸ਼ਹਿਰ ਦੀਆਂ ਰੌਣਕਾਂ ਛੱਡ ਛਡਾ ਕੇ ਇਸ ਪੁਰਾਣੇ ਖੰਡਰ ਵਿੱਚ ਫਕੀਰਾਂ ਵਾਂਗੂ ਆਣ ਡੇਰੇ ਲਾਏ ਨੇ। ਤੇਰਾ ਦਿਮਾਗ ਠੀਕ ਹੈ? ਕਮਲਾ ਤੇ ਨਹੀਂ ਹੋ ਗਿਆ? ਝੱਲਾ ਤੇ ਨਹੀਂ ਹੋ ਗਿਆ? ਦੀਵਾਨਾ ਤੇ ਨਹੀਂ ਹੋ ਗਿਆ? ਉਸ ਆਖਿਆ ਬਈ ਧਿਆਨ ਨਾਲ ਮੇਰੀ ਗੱਲ ਸੁਣੋ, ਮੈਂ ਤੁਹਾਡੇ ਸ਼ਹਿਰ ਦੀਆਂ ਰੌਣਕਾਂ ਤੋਂ, ਮੈਂ ਤੁਹਾਡੇ ਸ਼ਹਿਰ ਦੀਆਂ ਗਹਿਮਾਂ ਗਹਿਮੀਆਂ ਤੋਂ, ਮੈਂ ਤੁਹਾਡੇ ਸ਼ਹਿਰ ਦੀਆਂ ਨਫਸਾ ਨਫਸੀਆਂ ਤੋਂ, ਮੈਂ ਤੁਹਾਡੇ ਸ਼ਹਿਰ ਦੀਆਂ ਅਫਰਾ ਤਫਰੀਆਂ ਤੋਂ, ਮੈਂ ਤੁਹਾਡੇ ਸ਼ਹਿਰ ਦੇ ਸ਼ੋਰ ਸ਼ਰਾਬੇ ਤੋਂ, ਮੈਂ ਤੁਹਾਡੇ ਸ਼ਹਿਰ ਦੇ ਖੂਨ ਖਰਾਬੇ ਤੋਂ, ਮੈਂ ਤੁਹਾਡੇ ਸ਼ਹਿਰ ਦੀ ਭੱਜ ਦੌੜ ਤੋਂ ਅਤੇ ਮੈਂ ਤੁਹਾਡੇ ਸ਼ਹਿਰ ਦੀ ਗੱਪ ਗਪੌੜ ਤੋਂ ਰੱਜ ਗਿਆ ਹਾਂ। ਮੈਂ ਆਪਣੀ ਉਮਰ ਦਾ ਬਾਕੀ ਹਿੱਸਾ ਇਸ ਪੁਰਾਣੇ ਖੰਡਰ ਵਿੱਚ ਗੁਜ਼ਾਰਨ ਦਾ ਫੈਸਲਾ ਕਰ ਲਿਆ ਹੈ। ਤੁਹਾਡੇ ਸ਼ਹਿਰ ਦੀਆਂ ਰੌਣਕਾਂ ਤੁਹਾਨੂੰ ਮੁਬਾਰਕ ਹੋਣ ਅਤੇ ਮੇਰੇ ਖੰਡਰ ਦਾ ਅਕਲਾਪਾ ਮੈਨੂੰ ਮੁਬਾਰਕ ਹੋਵੇ। ਲਓ ਜੀ, ਉਹਦੇ ਇਸ ਪਾਗਲਪਨ ਤੋਂ ਅਤੇ ਉਹਦੀ ਇਸ ਦੀਵਾਨਗੀ ਤੋਂ ਮਾਯੂਸ ਹੋ ਕੇ ਉਹਦੇ ਭੈਣਾ ਭਰਾ, ਉਹਦੇ ਅੰਗ ਸਾਕ, ਉਹਦੇ ਆਂਢੀ ਗਵਾਂਢੀ ਅਤੇ ਉਹਦੇ ਸਭੇ ਜਾਣ ਪਛਾਣ ਵਾਲੇ ਆਪਣੇ ਆਪਣੇ ਘਰ ਨੂੰ ਟੁਰ ਆਏ। ਪਰ ਉਹਦੇ ਅੰਦਰ ਦੀ ਖੁਸ਼ੀ ਦਾ ਕਿਸੇ ਇੱਕ ਨੂੰ ਵੀ ਅੰਦਾਜ਼ਾ ਨਹੀਂ ਸੀ, ਕਿਉਂ ਜੇ ਉਹਦੇ ਇਲਾਵਾ ਹੋਰ ਤਾਂ ਕੋਈ ਇਸ ਹਕੀਕਤ ਤੋਂ ਵਾਕਿਫ ਹੈ ਹੀ ਨਹੀਂ ਸੀ
ਭਈ ਉਸ ਖੰਡਰ ਵਿੱਚ ਉਹ ਬਾਦਸ਼ਾਹੀ ਖਜ਼ਾਨੇ ਉੱਤੇ ਟੇਕ ਲਾ ਕੇ ਬਹਿ ਗਿਆ ਹੈ। ਉਹ 100 ਵਾਰੀ ਉਸ ਖੰਡਰ ਦੀਆਂ ਵੀਰਾਨੀਆਂ ਤੋਂ, ਉਦਾਸੀਆਂ ਤੋਂ, ਤਨਹਾਈਆਂ ਤੋਂ ਅਤੇ ਅਕਲਾਪਿਆਂ ਤੋਂ ਵਾਰੀ ਸਦਕੇ ਜਾਣ ਵਾਸਤੇ ਤਿਆਰ ਸੀ। ਲਓ ਜੀ, ਹੁਣ ਵੇਲਾ ਸੀ ਭਈ ਉਹ ਆਪਣੀ ਖੇਡ ਦਾ ਅਗਲਾ ਮੋਹਰਾ ਛੇੜਦਾ, ਯਾਨੀ ਅਗਲੀ ਚਾਲ ਚੱਲਦਾ। ਲਓ ਜੀ, 2-4 ਰਾਤਾਂ ਦੀ ਸੋਚ ਵਿਚਾਰ ਤੋਂ ਬਾਅਦ ਉਹਨੇ ਫੈਸਲਾ ਕੀਤਾ ਭਈ ਉਹ ਹਰ ਸਵੇਰ ਘੜੇ ਵਿੱਚੋਂ ਇੱਕ ਹੀਰਾ ਕੱਢੇ ਕਰੇਗਾ ਅਤੇ ਸ਼ਹਿਰ ਦੇ ਕਿਸੇ ਵੱਡੇ ਸੁਨਿਆਰੇ ਦੀ ਦੁਕਾਨ ਉੱਤੇ ਜਾ ਕੇ ਉਹ ਹੀਰਾ ਵੇਚੇ ਕਰੇਗਾ ਅਤੇ ਉਹਦੇ ਇਵਜ਼ਾਨੇ ਵਿੱਚ ਮਿਲਣ ਵਾਲੀ ਰਕਮ ਨੂੰ ਆਪਣੀ ਕੁੱਲੀ ਵਿੱਚ ਲਿਆ ਕੇ ਇੱਕ ਕੱਪੜੇ ਵਿੱਚ ਲਪੇਟ ਕੇ ਮਿੱਟੀ ਦੇ ਵਿੱਚ ਲੁਕਾ ਦੇਵੇ ਕਰੇਗਾ ਅਤੇ ਹਰ ਸਵੇਰ ਉਹ ਕਿਸੇ ਨਵੇਂ ਸੁਨਿਆਰੇ ਦੀ ਦੁਕਾਨ ਉੱਤੇ ਜਾਵੇ ਕਰੇਗਾ ਤਾਂ ਜੋ ਕਿਸੇ ਇੱਕ ਸੁਨਿਆਰੇ ਕੋਲ ਬਾਰ-ਬਾਰ ਜਾਣ ਦੇ ਨਾਲ ਕਿਸੇ ਨੂੰ ਉਹਦੇ ਉੱਤੇ ਸ਼ੱਕ ਨਾ ਹੋ ਜਾਵੇ ਅਤੇ ਉਹਦੀ ਖੇਡ ਖਰਾਬ ਨਾ ਹੋ ਜਾਵੇ। ਲਓ ਜੀ, ਇਸੇ ਤਰੀਕੇ ਨਾਲ ਉਹ ਹਰ ਦਿਹਾੜੇ ਨਵੇਂ ਸੁਨਿਆਰੇ ਕੋਲ ਜਾਂਦਾ, ਆਪਣਾ ਹੀਰਾ ਉਹਦੇ ਹੱਥੀਂ ਵੇਚਦਾ, ਉਹਦੇ ਕੋਲੋਂ ਆਪਣੇ ਹੀਰੇ ਦੇ ਬਦਲੇ ਵਿੱਚ ਮਿਲਣ ਵਾਲੇ ਪੈਸੇ ਆਪਣੀ ਕੁੱਲੀ ਵਿੱਚ ਲਿਆਉਂਦਾ ਅਤੇ ਉਹਨਾਂ ਪੈਸਿਆਂ ਨੂੰ ਕੱਪੜੇ ਵਿੱਚ ਲਪੇਟ ਕੇ ਮਿੱਟੀ ਵਿੱਚ ਲੁਕਾ ਦਿੰਦਾ। ਕੋਈ ਸਾਲ ਖੰਡ ਦਾ ਵੇਲਾ ਬੀਤਣ ਤੋਂ ਬਾਅਦ ਉਹ ਆਪਣੇ ਉਸ ਖਜ਼ਾਨੇ ਨੂੰ ਵੇਚਣ ਵਿੱਚ ਕਾਮਯਾਬ ਹੋ ਗਿਆ। ਹੁਣ ਇੰਨੇ ਸਮੇਂ ਵਿੱਚ ਉਹਦੀ ਕੁੱਲੀ ਵਿੱਚ ਪੈਸਿਆਂ ਦੀਆਂ ਪੰਡਾਂ ਜਮਾ ਹੋ ਗਈਆਂ ਸਨ। ਉਹਨੇ ਸ਼ਹਿਰ ਦੇ ਇੱਕ ਪਾਸਿਓਂ 15-20 ਕਿੱਲੇ ਪੈਲੀ ਖਰੀਦਣ ਦਾ ਫੈਸਲਾ ਕੀਤਾ ਅਤੇ ਨਾਲ ਹੀ ਉਸ ਖਰੀਦੀ ਹੋਈ ਪੈਲੀ ਉੱਤੇ ਮਹੱਲ ਉਸਾਰਨ ਵਾਸਤੇ ਮਿਸਤਰੀ ਮਜ਼ਦੂਰ ਇਕੱਠੇ ਕੀਤੇ। ਕੋਲ ਹੋਏ ਦੀ ਗੱਲ ਏ, ਵੇਖਦਿਆਂ ਵੇਖਦਿਆਂ ਸ਼ਾਹੀ ਮਹੱਲ ਤਾਮੀਰ ਹੋ ਗਏ ਅਤੇ ਆਲ ਦੁਆਲੇ ਆਨ ਰੌਲੇ ਪਏ ਭਈ ਸਾਡੇ ਸ਼ਹਿਰ ਵਿੱਚ ਕਿਸੇ ਬਾਦਸ਼ਾਹ ਨੇ ਆ ਕੇ ਡੇਰੇ ਲਾਏ ਨੇ। ਜਦੋਂ ਮਹੱਲਾਂ ਦੀ ਤਾਮੀਰ ਦਾ ਸਾਰਾ ਕੰਮ ਮੁਕੰਮਲ ਹੋ ਗਿਆ, ਨੌਕਰਾਂ ਚਾਕਰਾਂ ਦੀ ਰਹਿਲ ਪਹਿਲ ਹੋ ਗਈ, ਬੱਗੀਆਂ ਘੋੜਿਆਂ ਦੇ ਇੰਤਜ਼ਾਮ ਹੋ ਗਏ, ਮਹੱਲਾਂ ਦੇ ਆਲ ਦੁਆਲੇ ਆਣ ਚੌਕੀਦਾਰਾਂ ਦੇ ਪਹਿਰੇ ਲੱਗੇ। ਹੁਣ ਵੇਲਾ ਆ ਗਿਆ ਸੀ ਭਈ ਉਹ ਇਲਾਕੇ ਦੀਆਂ ਵੱਡਿਆਂ ਵੱਡਿਆਂ ਲੋਕਾਂ ਦੀ ਦਾਵਤ ਕਰਦਾ। ਸੋ ਉਹਨੇ ਕੀਤੀ ਅਤੇ ਉਸ ਇਲਾਕੇ ਦੇ ਵੱਡਿਆਂ ਵੱਡਿਆਂ ਲੋਕਾਂ ਨੂੰ ਦਾਵਤ ਤੇ ਸੱਦਿਆ ਅਤੇ ਉਸ ਦਾਵਤ ਵਿੱਚ ਆਪਣੇ ਬਾਦਸ਼ਾਹ ਹੋਣ ਦਾ ਐਲਾਨ ਕੀਤਾ ਅਤੇ ਉਸ ਇਲਾਕੇ ਦੇ ਸਭਨਾਂ ਵੱਡਿਆਂ ਵੱਡਿਆਂ ਲੋਕਾਂ ਨੇ ਉਹਨੂੰ ਬਾਦਸ਼ਾਹ ਦੇ ਤੌਰ ਤੇ ਕਬੂਲ ਕੀਤਾ ਅਤੇ ਫਿਰ ਉਹਨੇ ਆਪਣਿਆਂ ਭੈਣਾਂ ਭਰਾਵਾਂ ਨੂੰ, ਆਪਣਿਆਂ ਅੰਗਾਂ ਸਾਕਾਂ ਨੂੰ, ਆਪਣਿਆਂ ਆਂਢੀਆਂ ਗਵਾਂਢੀਆਂ ਨੂੰ ਅਤੇ ਆਪਣਿਆਂ ਸਭਨਾਂ ਹੋਰ ਜਾਣ ਪਛਾਣ ਵਾਲਿਆਂ ਨੂੰ ਸੱਦਿਆ ਅਤੇ ਦੱਸਿਆ ਭਈ ਮੇਰਾ ਉਸ ਪੁਰਾਣੇ ਖੰਡਰ ਵਿੱਚ ਕੁੱਲੀ ਪਾ ਕੇ ਵਸੋਂ ਕਰਨ ਦਾ ਆ ਮਤਲਬ ਸੀ। ਉਸ ਪੁਰਾਣੇ ਖੰਡਰ ਵਿੱਚ ਬਾਦਸ਼ਾਹੀ ਖਜ਼ਾਨਾ ਸੀ ਜਿਹੜਾ ਤੁਹਾਡੀਆਂ ਨਜ਼ਰਾਂ ਤੋਂ ਓਹਲੇ ਸੀ ਪਰ ਮੇਰੀਆਂ ਨਜ਼ਰਾਂ ਦੇ ਸਾਹਮਣੇ ਸੀ। ਭੈਣੋ ਤੇ ਭਰਾਓ, ਮੁਕੱਦਸ ਅੰਜੀਲ ਸਾਨੂੰ ਬੜੇ ਨਖੇੜੇ ਨਾਲ, ਬੜੇ ਵੇਰਵੇ ਨਾਲ ਅਤੇ ਬੜੀ ਵੰਡ ਨਾਲ ਦੱਸਦੀ ਏ ਭਈ ਜਿਹੜੀ ਦੁਨੀਆ ਵਿੱਚ ਅਸੀਂ ਵਸਣ ਡਏ ਆ, ਇਹ ਦੁਨੀਆ ਹਮੇਸ਼ਾ ਹਮੇਸ਼ਾ ਤੀਕ ਕਾਇਮ ਅਤੇ ਦਾਇਮ ਰਹਿਣ ਵਾਲੀ ਨਹੀਂ। ਇਸ ਦੁਨੀਆ ਦੀ ਉਮਰ ਭਾਵੇਂ ਹਜ਼ਾਰਾਂ ਸਦੀਆਂ ਹੋ ਜਾਵੇ, ਲੱਖਾਂ ਸਦੀਆਂ ਹੋ ਜਾਵੇ, ਕਰੋੜਾਂ ਸਦੀਆਂ ਹੋ ਜਾਵੇ, ਸਗੋਂ ਅਰਬਾਂ ਸਦੀਆਂ ਹੋ ਜਾਵੇ, ਤਾਂ ਵੀ ਇਹਦੀ ਅਸਲ ਹਕੀਕਤ
ਰੇਤ ਦੀ ਕੰਧ ਨਾਲੋਂ, ਸਗੋਂ ਮਿੱਟੀ ਦੀ ਮੁੱਠ ਨਾਲੋਂ ਵੱਧ ਕੁਝ ਵੀ ਨਹੀਂ। ਵੇਲਾ ਆਉਣ ਵਾਲਾ ਹੈ ਭਈ ਇਸ ਦੁਨੀਆ ਦੇ ਹਕੀਕੀ ਖਾਲਕ, ਹਕੀਕੀ ਮਾਲਿਕ, ਹਕੀਕੀ ਰਾਜ਼ਕ ਅਤੇ ਹਕੀਕੀ ਹਾਕਮ ਦੇ ਯਾਨੀ ਬਾਈਬਲ ਦੇ ਹਮੇਸ਼ਾ ਹਮੇਸ਼ਾ ਤੀਕ ਕਾਇਮ ਅਤੇ ਦਾਇਮ ਰਹਿਣ ਵਾਲੇ ਖੁਦਾ ਦੇ ਗਜ਼ਬ ਅਤੇ ਕਹਿਰ ਦੀ ਹਵਾ ਦੇ ਪਹਿਲੇ ਵਾਬ ਰੋਲੇ ਨਾਲ ਹੀ ਇਸ ਦੁਨੀਆ ਨੇ ਖਿਲਰ ਪੁਲਰ ਜਾਣਾ ਹੈ ਅਤੇ ਮਹਿੰਗੇ ਮਹਿੰਗੇ ਪੱਥਰਾਂ ਨਾਲ ਇਨਸਾਨੀ ਹੱਥਾਂ ਦੇ ਉਸਾਰੇ ਹੋਏ ਯਾਨੀ ਤਾਮੀਰ ਕੀਤੇ ਹੋਏ ਮਹੱਲਾਂ ਦੀ ਇੱਟ ਨਾਲ ਇੱਟ ਵੱਜ ਜਾਣੀ ਹੈ। ਆਸਮਾਨਾਂ ਨਾਲ ਗੱਲਾਂ ਕਰਦੇ ਹੋਏ ਮਜ਼ਬੂਤ ਪਹਾੜਾਂ ਨੇ ਘੜੀ ਪਲ ਵਿੱਚ ਕੱਚਦਿਆਂ ਖਿਡੌਣਿਆਂ ਵਾਂਗੂ ਟੁੱਟ ਭੱਜ ਜਾਣਾ ਹੈ। ਆਕਾਸ਼ ਅਤੇ ਧਰਤੀ ਨੇ ਅੱਖ ਝਮਕਣ ਵਿੱਚ ਧੂੜਦਿਆਂ ਬੱਦਲਾਂ ਨੂੰ ਉੱਡ ਪੁੱਡ ਜਾਣਾ ਹੈ। ਯਾਨੀ ਇਹ ਸੂਰਜ, ਚੰਨ, ਸਿਤਾਰੇ, ਸਮੁੰਦਰ, ਸਹਿਰਾ, ਜੰਗਲ, ਬੇਲੇ, ਦਰਿਆ, ਪਹਾੜ, ਚਟਾਨਾਂ, ਟੀਲੇ, ਨਦੀਆਂ, ਨਾਲੇ, ਮੈਦਾਨ, ਲਹਿੰਦਾ, ਚੜਦਾ, ਦੱਖਣ, ਪਹਾੜ, ਚਰਿੰਦ, ਪਰਿੰਦ, ਸਗੋਂ ਇਸ ਦੁਨੀਆ ਦੀ ਇੱਕ ਇੱਕ ਸ਼ੈ ਵੇਖਦਿਆਂ ਵੇਖਦਿਆਂ ਇੰਜ ਲੁਕ ਪੁਕ ਜਾਣੀ ਏ ਜਿਵੇਂ ਉਹਦਾ ਵਜੂਦ ਕਦੀ ਹੈ ਹੀ ਨਹੀਂ ਸੀ। ਅਤੇ ਫਿਰ ਬਾਈਬਲ ਦੇ ਹਮੇਸ਼ਾ ਹਮੇਸ਼ਾ ਤੀਕ ਕਾਇਮ ਅਤੇ ਦਾਇਮ ਰਹਿਣ ਵਾਲੇ ਖੁਦਾ ਦੀ ਕਾਮਲ ਕੁਦਰਤ ਦੇ ਨਾਲ ਇੱਕ ਨਵੀਂ ਦੁਨੀਆ ਦਾ ਮੁੱਢ ਬੰਨਿਆ ਜਾਵੇਗਾ। ਇੱਕ ਨਵੇਂ ਜਹਾਨ ਦੀ ਬੁਨਿਆਦ ਰੱਖੀ ਜਾਵੇਗੀ। ਇੱਕ ਨਵੀਂ ਕਾਇਨਾਤ ਦੀ ਇਬਤਦਾ ਕੀਤੀ ਜਾਵੇਗੀ ਅਤੇ ਹਯਾਤੀ ਦੇ ਇੱਕ ਨਵੇਂ ਨਿਜ਼ਾਮ ਦਾ ਆਗਾਜ਼ ਕੀਤਾ ਜਾਵੇਗਾ। ਅਤੇ ਮੁਕੱਦਸ ਅੰਜੀਲ ਸਾਨੂੰ ਬੜੀ ਸਫਾਈ ਅਤੇ ਸੁਥਰਾਈ ਨਾਲ ਦੱਸਦੀ ਏ ਭਈ ਉਸ ਨਵੀਂ ਦੁਨੀਆ ਵਿੱਚ, ਉਸ ਨਵੇਂ ਜਹਾਨ ਵਿੱਚ, ਉਸ ਨਵੀਂ ਕਾਇਨਾਤ ਵਿੱਚ ਅਤੇ ਹਯਾਤੀ ਦੇ ਉਸ ਨਵੇਂ ਨਿਜ਼ਾਮ ਵਿੱਚ ਗੁਨਾਹ ਸਿਰੇ ਤੋਂ ਮੌਜੂਦ ਨਾ ਹੋਵੇਗਾ। ਅਤੇ ਜਦੋਂ ਗੁਨਾਹ ਮੌਜੂਦ ਨਾ ਹੋਵੇਗਾ, ਜਿਹਦੀ ਕੁੱਖ ਵਿੱਚੋਂ ਮੌਤ ਪੈਦਾ ਹੁੰਦੀ ਏ, ਤਾਂ ਉੱਥੇ ਮੌਤ ਦੇ ਮੌਜੂਦ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦੋਂ ਮੌਤ ਮੌਜੂਦ ਨਾ ਹੋਵੇਗੀ ਤਾਂ ਉਸ ਦੁਨੀਆ ਦਾ ਕਦੀ ਖਾਤਮਾ ਨਾ ਹੋਵੇਗਾ। ਯਾਨੀ ਉਸ ਨਵੀਂ ਦੁਨੀਆ ਦੀ, ਉਸ ਨਵੇਂ ਜਹਾਨ ਦੀ, ਉਸ ਨਵੀਂ ਕਾਇਨਾਤ ਦੀ ਅਤੇ ਹਯਾਤੀ ਦੇ ਉਸ ਨਵੇਂ ਨਿਜ਼ਾਮ ਦੀ ਇੱਕ ਇੱਕ ਸ਼ੈ ਸਾਡੀ ਮੌਜੂਦਾ ਦੁਨੀਆ ਦੀਆਂ ਸ਼ੈਵਾਂ ਨਾਲੋਂ ਕਤਈ ਮੁਖਤਲਿਫ ਹੋਵੇਗੀ, ਕਤਈ ਨਵੇਕਲੀ ਹੋਵੇਗੀ ਅਤੇ ਕਤਈ ਅਚਰਜ ਹੋਵੇਗੀ। ਕਿਉਂ ਜੇ ਸਾਡੀ ਮੌਜੂਦਾ ਦੁਨੀਆ ਦੀਆਂ ਸ਼ੈਵਾਂ ਤਾਂ ਆਰਜ਼ੀ, ਵਕਤੀ ਅਤੇ ਫਰਜ਼ੀ ਨੇ, ਪਰ ਉਥੋਂ ਦੀ ਕਿਸੇ ਚੀਜ਼ ਦਾ ਕਦੀ ਖਾਤਮਾ ਨਾ ਹੋਵੇਗਾ। ਅਤੇ ਉਸ ਨਵੀਂ ਦੁਨੀਆ ਦਾ, ਉਸ ਨਵੇਂ ਜਹਾਨ ਦਾ, ਉਸ ਨਵੀਂ ਕਾਇਨਾਤ ਦਾ ਅਤੇ ਹਯਾਤੀ ਦੇ ਉਸ ਨਵੇਂ ਨਿਜ਼ਾਮ ਦਾ ਖਾਸ ਅਤੇ ਵੱਡਾ ਵਸਫ ਇਹ ਹੋਵੇਗਾ ਭਈ ਸਾਰਿਆਂ ਜਹਾਨਾਂ ਦਾ ਖਾਲਕ, ਸਾਰਿਆਂ ਜਹਾਨਾਂ ਦਾ ਮਾਲਿਕ, ਸਾਰਿਆਂ ਜਹਾਨਾਂ ਦਾ ਰਾਜ਼ਕ ਅਤੇ ਸਾਰਿਆਂ ਜਹਾਨਾਂ ਦਾ ਹਾਕਿਮ ਯਾਨੀ ਬਾਈਬਲ ਦਾ ਜ਼ਿੰਦਾ ਖੁਦਾ, ਬਾਈਬਲ ਦਾ ਹਕੀਕੀ ਖੁਦਾ, ਬਾਈਬਲ ਦਾ ਹਤਮੀ ਖੁਦਾ, ਬਾਈਬਲ ਦਾ ਲਾ ਤਬਦੀਲ ਖੁਦਾ, ਬਾਈਬਲ ਦਾ ਹਮੇਸ਼ਾ ਹਮੇਸ਼ਾ ਤੀਕ ਕਾਇਮ ਅਤੇ ਦਾਇਮ ਰਹਿਣ ਵਾਲਾ ਖੁਦਾ ਉਸ ਦੁਨੀਆ ਦੇ ਵਿੱਚ ਆਪਣਿਆਂ ਲੋਕਾਂ ਦੇ ਨਾਲ ਵਸੋਂ ਕਰੇਗਾ। ਉਸ ਜਹਾਨ ਦੇ ਵਿੱਚ ਆਪਣਿਆਂ ਲੋਕਾਂ ਦੇ ਨਾਲ ਵਸੋਂ ਕਰੇਗਾ। ਉਸ ਕਾਇਨਾਤ ਦੇ ਵਿੱਚ ਆਪਣਿਆਂ ਲੋਕਾਂ ਦੇ ਨਾਲ ਵਸੋਂ ਕਰੇਗਾ।
ਹਯਾਤੀ ਦੇ ਉਸ ਨਵੇਂ ਨਿਜ਼ਾਮ ਵਿੱਚ ਆਪਣਿਆਂ ਲੋਕਾਂ ਦੇ ਨਾਲ ਵਸੋਂ ਕਰੇਗਾ, ਕਿਸੇ ਵੱਖਰੇ ਜਹਾਨ ਵਿੱਚ ਵਸੋਂ ਨਾ ਕਰੇਗਾ। ਇਸੇ ਸਬਬੋਂ ਮੁਕਾਸ਼ਫਾ ਦੀ ਕਿਤਾਬ ਦੇ 21ਵੇਂ ਬਾਬ ਦੀ 3 ਅਤੇ 4 ਦੋ ਆਇਤਾਂ ਵਿੱਚ ਇਸ ਤਰ੍ਹਾਂ ਲਿਖਿਆ ਹੈ, ਅਤੇ ਫਿਰ ਮੈਂ ਤਖਤ ਵਿੱਚੋਂ ਕਿਸੇ ਨੂੰ ਉੱਚੀ ਆਵਾਜ਼ ਨਾਲ ਇਹ ਗੱਲ ਆਖਦਿਆਂ ਹੋਇਆਂ ਸੁਣਿਆ, ਭਈ ਵੇਖ ਖੁਦਾ ਦਾ ਖੈਮਾ ਉਹਦਿਆਂ ਲੋਕਾਂ ਦੇ ਦਰਮਿਆਨ ਹੋਵੇਗਾ ਅਤੇ ਉਹ ਆਪ ਉਹਨਾਂ ਦੇ ਨਾਲ ਵਸੋਂ ਕਰੇਗਾ ਅਤੇ ਉਹ ਉਹਦੇ ਲੋਕ ਹੋਣਗੇ ਅਤੇ ਖੁਦਾ ਆਪ ਉਹਨਾਂ ਦੇ ਨਾਲ ਰਹੇਗਾ ਅਤੇ ਉਹਨਾਂ ਦਾ ਖੁਦਾ ਹੋਵੇਗਾ ਅਤੇ ਉਹ ਉਹਨਾਂ ਦੀਆਂ ਅੱਖਾਂ ਦੇ ਸਭੇ ਅਥਰੂ ਪੂੰਝ ਦੇਵੇਗਾ ਅਤੇ ਫਿਰ ਨਾ ਮੌਤ ਰਹੇਗੀ ਅਤੇ ਨਾ ਮਾਤਮ ਰਹੇਗਾ, ਨਾ ਹਾਵਾਂ ਰਹਿਣਗੀਆਂ, ਨਾ ਹਾੜੇ ਰਹਿਣਗੇ ਅਤੇ ਨਾ ਪੀੜਾਂ ਰਹਿਣਗੀਆਂ। ਪਹਿਲੀਆਂ ਸ਼ੈਵਾਂ ਜਾਂਦੀਆਂ ਰਹੀਆਂ। ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਵਾਂ, ਭਈ ਮੁਕਾਸ਼ਫਾ ਦੀ ਕਿਤਾਬ ਦੇ 21ਵੇਂ ਬਾਬ ਦੀ 3 ਅਤੇ 4 ਦੋ ਆਇਤਾਂ ਮੈਂ ਤੁਹਾਡੇ ਸਾਹਮਣੇ ਤਲਾਵਤ ਕੀਤੀਆਂ ਨੇ। ਭੈਣੋ ਤੇ ਭਰਾਓ, ਇਹ ਗੱਲ ਤਾਂ ਨੰਗੀ ਅਤੇ ਚਿੱਟੀ ਏ, ਭਈ ਜਿੱਥੇ ਉਹ ਕਦੂਸ ਅਤੇ ਬਰਹਕ ਆਪ ਰਹੇਗਾ, ਉਹ ਦੁਨੀਆ ਅਬਦੀ ਦੁਨੀਆ ਹੋਵੇਗੀ, ਉਹ ਜਹਾਨ ਅਬਦੀ ਜਹਾਨ ਹੋਵੇਗਾ, ਉਹ ਕਾਇਨਾਤ ਅਬਦੀ ਕਾਇਨਾਤ ਹੋਵੇਗੀ ਅਤੇ ਹਯਾਤੀ ਦਾ ਉਹ ਨਿਜ਼ਾਮ ਅਬਦੀ ਨਿਜ਼ਾਮ ਹੋਵੇਗਾ। ਅਤੇ ਨਾਲੇ ਯਾਦ ਰਵੇ ਭਈ ਜਿੱਥੇ ਆਸਮਾਨਾਂ ਦੇ ਆਸਮਾਨ ਉੱਤੇ ਵਸਣ ਵਾਲਾ ਆਪਣਿਆਂ ਲੋਕਾਂ ਦੇ ਵਿਚਕਾਰ ਆਪ ਬਸੇਰਾ ਕਰੇਗਾ, ਉਸ ਦੁਨੀਆ ਨੂੰ, ਉਸ ਜਹਾਨ ਨੂੰ, ਉਸ ਕਾਇਨਾਤ ਨੂੰ ਅਤੇ ਹਯਾਤੀ ਦੇ ਉਸ ਨਿਜ਼ਾਮ ਨੂੰ ਅੰਜੀਲੇ ਮੁਕੱਦਸ ਨੇ ਆਸਮਾਨੀ ਬਾਦਸ਼ਾਹੀ ਦਾ ਨਾਮ ਦਿੱਤਾ ਹੈ, ਹਮੇਸ਼ਾ ਦੀ ਬਾਦਸ਼ਾਹੀ ਦਾ ਨਾਮ ਦਿੱਤਾ ਹੈ ਅਤੇ ਖੁਦਾ ਦੀ ਬਾਦਸ਼ਾਹੀ ਦਾ ਨਾਮ ਦਿੱਤਾ ਹੈ। ਹੁਣ ਰਹੀ ਗੱਲ ਇਹ, ਭਈ ਉਸ ਨਵੀਂ ਦੁਨੀਆ ਵਿੱਚ, ਉਸ ਨਵੇਂ ਜਹਾਨ ਵਿੱਚ, ਉਸ ਨਵੀਂ ਕਾਇਨਾਤ ਵਿੱਚ ਅਤੇ ਹਯਾਤੀ ਦੇ ਉਸ ਨਵੇਂ ਨਿਜ਼ਾਮ ਵਿੱਚ, ਯਾਨੀ ਆਸਮਾਨ ਦੀ ਬਾਦਸ਼ਾਹੀ ਵਿੱਚ, ਯਾਨੀ ਹਮੇਸ਼ਾ ਦੀ ਬਾਦਸ਼ਾਹੀ ਵਿੱਚ, ਯਾਨੀ ਖੁਦਾ ਦੀ ਬਾਦਸ਼ਾਹੀ ਵਿੱਚ ਵਸੋਂ ਕਰਨ ਵਾਸਤੇ ਲੋਕ ਕਿੱਥੋਂ ਲਏ ਜਾਣਗੇ? ਕੀ ਖੁਦਾ ਫਰਿਸ਼ਤਿਆਂ ਨੂੰ ਹੀ ਉੱਥੇ ਵਸਣ ਦਾ ਹੱਕ ਦੇਵੇਗਾ, ਜਾਂ ਜ਼ਮੀਨ ਤੇ ਵਸਣ ਵਾਲੇ ਬੰਦਿਆਂ ਨੂੰ ਉਸ ਜਹਾਨ ਵਿੱਚ ਲੈ ਕੇ ਜਾਵੇਗਾ, ਉਸ ਦੁਨੀਆ ਵਿੱਚ ਲੈ ਕੇ ਜਾਵੇਗਾ, ਉਸ ਕਾਇਨਾਤ ਵਿੱਚ ਲੈ ਕੇ ਜਾਵੇਗਾ ਅਤੇ ਹਯਾਤੀ ਦੇ ਉਸ ਨਵੇਂ ਨਿਜ਼ਾਮ ਵਿੱਚ ਲੈ ਕੇ ਜਾਵੇਗਾ? ਅੰਜੀਲੇ ਮੁਕੱਦਸ ਬੜੇ ਨਖੇੜੇ ਨਾਲ, ਬੜੇ ਵੇਰਵੇ ਨਾਲ ਅਤੇ ਬੜੀ ਵੰਡ ਨਾਲ ਸਾਨੂੰ ਦੱਸਦੀ ਏ ਭਈ ਉਸ ਨਵੀਂ ਦੁਨੀਆ ਵਿੱਚ, ਉਸ ਨਵੇਂ ਜਹਾਨ ਵਿੱਚ, ਉਸ ਨਵੀਂ ਕਾਇਨਾਤ ਵਿੱਚ ਅਤੇ ਹਯਾਤੀ ਦੇ ਉਸ ਨਵੇਂ ਨਿਜ਼ਾਮ ਵਿੱਚ ਵਸੋਂ ਕਰਨ ਵਾਲੇ ਹੋਣਗੇ ਤੇ ਇਸੇ ਧਰਤੀ ਦੇ ਹੀ ਬੰਦੇ, ਪਰ ਸਾਰੇ ਦੇ ਸਾਰੇ ਨਾ ਹੋਣਗੇ। ਸਗੋਂ ਉੱਥੇ ਵਸੋਂ ਕਰਨ ਵਾਸਤੇ ਬੰਦਿਆਂ ਵਿੱਚੋਂ ਉਹ ਬੰਦੇ ਲਏ ਜਾਣਗੇ ਜਿਹੜੇ ਮੁਕੱਦਸ ਅੰਜੀਲ ਵਿੱਚ ਬਿਆਨ ਕੀਤੀਆਂ ਗਈਆਂ ਸ਼ਰਤਾਂ ਤੇ ਪੂਰੇ ਉਤਰਨਗੇ, ਯਾਨੀ ਜਿਨ੍ਹਾਂ ਕਾਦਰੇ ਮੁਤਲਕ ਦੇ ਸੋਹਣੇ ਪੁੱਤਰ ਦੀ ਅਜ਼ੀਮ ਕੁਰਬਾਨੀ ਤੇ ਈਮਾਨ ਲਿਆ ਕੇ ਆਪਣਿਆਂ ਗੁਨਾਹਾਂ ਦੀ ਆਸਮਾਨੀ ਬਾਪ ਦੇ ਹਜ਼ੂਰ ਵਿੱਚੋਂ ਮਾਫੀ ਹਾਸਲ ਕਰ ਲਈ, ਜਿਨ੍ਹਾਂ ਕਾਦਰੇ ਮੁਤਲਕ ਦੇ ਪਾਕ ਰੂਹ ਦੀ ਕੁਦਰਤ ਦੇ ਨਾਲ ਨਵੇਂ ਸਿਰਿਓਂ ਪੈਦਾ ਹੋਣਾ ਪਸੰਦ ਕੀਤਾ, ਯਾਨੀ ਪਾਕ ਰੂਹ ਦੀ ਕੁਦਰਤ ਦੇ ਨਾਲ ਨਵਾਂ ਨਿਕੋਰ ਬਣਨਾ ਪਸੰਦ ਕੀਤਾ ਅਤੇ ਫਿਰ ਇਸ ਨਾਪਾਕ ਦੁਨੀਆ ਵਿੱਚ ਰਹਿ ਕੇ ਉਸ ਪਾਕ ਦੁਨੀਆ ਵਿੱਚ ਰਹਿਣ ਦੀ ਜਾਚ ਸਿੱਖੀ ਅਤੇ ਸਾਬਤ ਕੀਤਾ ਭਈ ਉਹ
ਉਸ ਅਬਦੀ ਅਤੇ ਹਮੇਸ਼ਾ ਹਮੇਸ਼ਾ ਤੀਕ ਕਾਇਮ ਅਤੇ ਦਾਇਮ ਰਹਿਣ ਵਾਲੀ ਦੁਨੀਆ ਵਿੱਚ ਰਹਿਣ ਦੇ ਲਾਇਕ ਨੇ। ਯਾਨੀ ਉਹ ਇਸ ਦੁਨੀਆ ਦੀ ਹਰ ਕਿਸਮ ਦੀ ਗਲਾਜ਼ਤ ਉੱਤੇ, ਹਰ ਕਿਸਮ ਦੀ ਨਜਾਸਤ ਉੱਤੇ, ਹਰ ਕਿਸਮ ਦੀ ਹਮਾਕਤ ਉੱਤੇ, ਹਰ ਕਿਸਮ ਦੀ ਖਬਾਸਤ ਉੱਤੇ, ਹਰ ਕਿਸਮ ਦੀ ਖਜਾਲਤ ਉੱਤੇ, ਹਰ ਕਿਸਮ ਦੀ ਜ਼ਲਾਲਤ ਉੱਤੇ, ਹਰ ਕਿਸਮ ਦੀ ਕਬਾਹਤ ਉੱਤੇ ਅਤੇ ਹਰ ਕਿਸਮ ਦੀ ਸ਼ਰਾਰਤ ਉੱਤੇ ਗਾਲਿਬ ਆਏ। ਇਸ ਦੁਨੀਆ ਦੀਆਂ ਐਸ਼ਾਂ ਨੂੰ, ਇਸ ਦੁਨੀਆ ਦੀਆਂ ਮੌਜਾਂ ਨੂੰ, ਇਸ ਦੁਨੀਆ ਦੀਆਂ ਮਸਤੀਆਂ ਨੂੰ, ਇਸ ਦੁਨੀਆ ਦੀਆਂ ਖੁਦ ਪ੍ਰਸਤੀਆਂ ਨੂੰ, ਇਸ ਦੁਨੀਆ ਦੀਆਂ ਬੁੱਤ ਪ੍ਰਸਤੀਆਂ ਨੂੰ, ਇਸ ਦੁਨੀਆ ਦੀਆਂ ਸ਼ਬਦ ਪ੍ਰਸਤੀਆਂ ਨੂੰ, ਇਸ ਦੁਨੀਆ ਦੀਆਂ ਜ਼ਰ ਪ੍ਰਸਤੀਆਂ ਨੂੰ, ਇਸ ਦੁਨੀਆ ਦੀਆਂ ਜ਼ਨ ਪ੍ਰਸਤੀਆਂ ਨੂੰ, ਇਸ ਦੁਨੀਆ ਦੀਆਂ ਆਦਮ ਪ੍ਰਸਤੀਆਂ ਨੂੰ, ਇਸ ਦੁਨੀਆ ਦੀਆਂ ਕਬਰ ਪ੍ਰਸਤੀਆਂ ਨੂੰ, ਇਸ ਦੁਨੀਆ ਦੀਆਂ ਬੁੱਤ ਪ੍ਰਸਤੀਆਂ ਨੂੰ, ਇਸ ਦੁਨੀਆ ਦੀਆਂ ਜਾਦੂਗਰੀਆਂ ਨੂੰ, ਇਸ ਦੁਨੀਆ ਦੀਆਂ ਫਰੇਬਕਾਰੀਆਂ ਨੂੰ, ਇਸ ਦੁਨੀਆ ਦੀਆਂ ਚੋਰੀਆਂ ਚਕਾਰੀਆਂ ਨੂੰ, ਇਸ ਦੁਨੀਆ ਦੀਆਂ ਮਕਾਰੀਆਂ ਅਯਾਰੀਆਂ ਨੂੰ, ਇਸ ਦੁਨੀਆ ਦੀਆਂ ਹਰਾਮਕਾਰੀਆਂ ਨੂੰ, ਇਸ ਦੁਨੀਆ ਦੀਆਂ ਜ਼ਨਾਕਾਰੀਆਂ ਨੂੰ, ਇਸ ਦੁਨੀਆ ਦੀਆਂ ਦੁਸ਼ਮਣਦਾਰੀਆਂ ਨੂੰ, ਇਸ ਦੁਨੀਆ ਦੀਆਂ ਖੱਜਲ ਖਵਾਰੀਆਂ ਨੂੰ, ਇਸ ਦੁਨੀਆ ਦੀਆਂ ਮਜਬੂਰੀਆਂ ਲਾਚਾਰੀਆਂ ਨੂੰ, ਇਸ ਦੁਨੀਆ ਦੀਆਂ ਸ਼ੋਰ ਸ਼ਰਾਬਿਆਂ ਨੂੰ, ਇਸ ਦੁਨੀਆ ਦੀਆਂ ਖੂਨ ਖਰਾਬਿਆਂ ਨੂੰ, ਇਸ ਦੁਨੀਆ ਦੀਆਂ ਹੱਕ ਤਲਫੀਆਂ ਨੂੰ, ਇਸ ਦੁਨੀਆ ਦੀਆਂ ਨਾ ਇਨਸਾਫੀਆਂ ਨੂੰ, ਇਸ ਦੁਨੀਆ ਦੀਆਂ ਖੂਨ ਰੇਜ਼ੀਆਂ ਨੂੰ, ਇਸ ਦੁਨੀਆ ਦੀ ਮਾਰ ਧਾੜ ਨੂੰ, ਇਸ ਦੁਨੀਆ ਦੀਆਂ ਰਿਸ਼ਵਤ ਖੋਰੀਆਂ ਨੂੰ, ਇਸ ਦੁਨੀਆ ਦੀਆਂ ਬੇਸ਼ਰਮੀਆਂ ਨੂੰ, ਇਸ ਦੁਨੀਆ ਦੀਆਂ ਬੇਹਯਾਈਆਂ ਨੂੰ, ਇਸ ਦੁਨੀਆ ਦੀਆਂ ਕੱਜ ਅਦਾਈਆਂ ਨੂੰ, ਇਸ ਦੁਨੀਆ ਦੀਆਂ ਖੁਦ ਨਮਾਈਆਂ ਨੂੰ, ਇਸ ਦੁਨੀਆ ਦੀਆਂ ਬੇਵਫਾਈਆਂ ਨੂੰ, ਇਸ ਦੁਨੀਆ ਦੀਆਂ ਨਸ਼ੇਬਾਜ਼ੀਆਂ ਨੂੰ, ਇਸ ਦੁਨੀਆ ਦੀਆਂ ਜੂਏਬਾਜ਼ੀਆਂ ਨੂੰ, ਇਸ ਦੁਨੀਆ ਦੀਆਂ ਮੁਕੱਦਮੇਬਾਜ਼ੀਆਂ ਨੂੰ, ਇਸ ਦੁਨੀਆ ਦੀਆਂ ਰੰਗਬਾਜ਼ੀਆਂ ਨੂੰ, ਇਸ ਦੁਨੀਆ ਦੀਆਂ ਬਹੁਤਾਨਬਾਜ਼ੀਆਂ ਨੂੰ, ਇਸ ਦੁਨੀਆ ਦੀਆਂ ਚਾਲਬਾਜ਼ੀਆਂ ਨੂੰ, ਇਸ ਦੁਨੀਆ ਦੀਆਂ ਡਰਾਮੇਬਾਜ਼ੀਆਂ ਨੂੰ, ਇਸ ਦੁਨੀਆ ਦੀਆਂ ਧੋਖੇਬਾਜ਼ੀਆਂ ਨੂੰ, ਯਾਨੀ ਇਸ ਦੁਨੀਆ ਦੇ ਸਭੇ ਚਿੱਕੜ ਭਰਿਆ ਕੰਮਾਂ ਕਾਰਾਂ ਨੂੰ, ਗਲੀਜ਼ ਕੰਮਾਂ ਕਾਰਾਂ ਨੂੰ, ਘਟੀਆ ਕੰਮਾਂ ਕਾਰਾਂ ਨੂੰ, ਕੋਝਿਆਂ ਕੰਮਾਂ ਕਾਰਾਂ ਨੂੰ, ਗਨੋਣਿਆਂ ਕੰਮਾਂ ਕਾਰਾਂ ਨੂੰ, ਗੰਦਿਆਂ ਕੰਮਾਂ ਕਾਰਾਂ ਨੂੰ, ਮਕਰੂਹ ਕੰਮਾਂ ਕਾਰਾਂ ਨੂੰ ਅਤੇ ਗੈਰ ਮਿਆਰੀ ਕੰਮਾਂ ਕਾਰਾਂ ਨੂੰ ਪਛਵਾੜੇ ਸੁੱਟ ਕੇ ਉਸ ਅਬਦੀ ਅਤੇ ਆਸਮਾਨੀ ਬਾਦਸ਼ਾਹੀ ਵੱਲ ਨਕਦੀ ਸਿੱਧੇ ਦੌੜੇ ਲਗੇ ਗਏ ਅਤੇ ਇਸ ਦੁਨੀਆ ਦੀਆਂ ਇਹਨਾਂ ਸਭਨਾ ਆਲਾਸ਼ਾਂ ਉੱਤੇ ਫਤਹਿਮੰਦੀ ਹਾਸਲ ਕਰਨ ਵਾਸਤੇ ਭਾਵੇਂ ਉਹਨਾਂ ਨੂੰ ਕਿੰਨੇ ਘਾਟੇ ਆਪਣੀ ਝੋਲੀ ਵਿੱਚ ਪਾਣੇ ਪਏ, ਭਾਵੇਂ ਉਹਨਾਂ ਨੂੰ ਕਿੰਨੇ ਇਲਜ਼ਾਮ ਆਪਣੀ ਝੋਲੀ ਵਿੱਚ ਪਾਣੇ ਪਏ, ਭਾਵੇਂ ਉਹਨਾਂ ਨੂੰ ਕਿੰਨੇ ਨੁਕਸਾਨ ਆਪਣੀ ਝੋਲੀ ਵਿੱਚ ਪਾਣੇ ਪਏ, ਭਾਵੇਂ ਉਹਨਾਂ ਨੂੰ ਕਿੰਨੇ ਖਸਾਰੇ ਆਪਣੀ ਝੋਲੀ ਵਿੱਚ ਪਾਣੇ ਪਏ, ਭਾਵੇਂ ਉਹਨਾਂ ਨੂੰ ਕਿੰਨੀਆਂ ਤੁਹਮਤਾਂ ਆਪਣੀ ਝੋਲੀ ਵਿੱਚ ਪਾਣੀਆਂ ਪਈਆਂ, ਭਾਵੇਂ ਉਹਨਾਂ ਨੂੰ ਕਿੰਨੇ ਹੰਝੂ ਆਪਣੀ ਝੋਲੀ ਵਿੱਚ ਪਾਣੇ ਪਏ, ਭਾਵੇਂ ਉਹਨਾਂ ਨੂੰ ਕਿੰਨੇ ਹੌਕੇ ਆਪਣੀ ਝੋਲੀ ਵਿੱਚ ਪਾਣੇ ਪਏ, ਭਾਵੇਂ ਉਹਨਾਂ ਨੂੰ ਕਿੰਨੇ ਅਥਰੂ ਆਪਣੀ ਝੋਲੀ ਵਿੱਚ ਪਾਣੇ ਪਏ, ਭਾਵੇਂ ਉਹਨਾਂ ਨੂੰ ਕਿੰਨੀਆਂ ਹਾਵਾਂ ਆਪਣੀ ਝੋਲੀ ਵਿੱਚ ਪਾਣੀਆਂ ਪਈਆਂ, ਭਾਵੇਂ ਉਹਨਾਂ ਨੂੰ ਕਿੰਨੀਆਂ ਅਦਾਵਤਾਂ ਆਪਣੀ ਝੋਲੀ ਵਿੱਚ ਪਾਣੀਆਂ ਪਈਆਂ, ਭਾਵੇਂ ਉਹਨਾਂ ਨੂੰ ਕਿੰਨੀਆਂ ਨਫ਼ਰਤਾਂ ਆਪਣੀ ਝੋਲੀ ਵਿੱਚ ਪਾਣੀਆਂ ਪਈਆਂ, ਭਾਵੇਂ ਉਹਨਾਂ ਨੂੰ ਕਿੰਨੀਆਂ ਜ਼ਿਲਤਾਂ ਆਪਣੀ ਝੋਲੀ ਵਿੱਚ ਪਾਣੀਆਂ ਪਈਆਂ, ਭਾਵੇਂ ਉਹਨਾਂ ਨੂੰ ਕਿੰਨੀਆਂ ਸ਼ਰਮਿੰਦਗੀਆਂ ਆਪਣੀ ਝੋਲੀ ਵਿੱਚ ਪਾਣੀਆਂ ਪਈਆਂ, ਭਾਵੇਂ ਉਹਨਾਂ ਨੂੰ ਕਿੰਨੀਆਂ ਨਦਾਮਤਾਂ ਆਪਣੀ ਝੋਲੀ ਵਿੱਚ ਪਾਣੀਆਂ ਪਈਆਂ, ਭਾਵੇਂ ਉਹਨਾਂ ਨੂੰ ਕਿੰਨੀਆਂ ਰੁਸਵਾਈਆਂ ਆਪਣੀ ਝੋਲੀ ਵਿੱਚ ਪਾਣੀਆਂ ਪਈਆਂ, ਉਹਨਾਂ ਨੇ ਹੱਸ ਹੱਸ ਕੇ ਪਾਈਆਂ। ਕਿਉਂ? ਜੇ ਉਹ ਜਾਣਦੇ ਸਨ
ਭਈ ਜੇ ਉਹਨਾਂ ਇਸ ਵਕਤੀ ਆਰਜ਼ੀ ਅਤੇ ਫਰਜ਼ੀ ਦੁਨੀਆ ਨੂੰ ਪਛਵਾੜੇ ਸੁੱਟਣ ਦਾ ਯਤਨ ਕੀਤਾ ਤਾਂ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਦੇ ਸ਼ਹਿਰ ਵਿੱਚ ਦਾਖਲਾ ਮਿਲੇਗਾ। ਜੇ ਉਹਨਾਂ ਨੇ ਇਸ ਦੁਨੀਆ ਵਿੱਚ ਪੇਸ਼ ਆਉਣ ਵਾਲੀਆਂ ਭੁੱਖਾਂ ਤਰੇਵਾਂ ਕੱਟ ਲਈਆਂ ਤਾਂ ਉਹਨਾਂ ਨੂੰ ਆਸਮਾਨੀ ਬਾਦਸ਼ਾਹੀ ਦਾ ਖਜ਼ਾਨਾ ਹਾਸਲ ਹੋਵੇਗਾ। ਜਿਵੇਂ ਉਸ ਗਰੀਬ ਆਦਮੀ ਨੇ ਉਸ ਪੁਰਾਣੇ ਖੰਡਰ ਵਿੱਚ ਬਾਦਸ਼ਾਹੀ ਖਜ਼ਾਨੇ ਦਾ ਸੁਰਾਗ ਮਿਲਦਿਆਂ ਸਾਰ ਹੀ ਇਸ ਦੁਨੀਆ ਵੱਲ ਪਿੱਛਾ ਕਰਨਾ ਪਸੰਦ ਕੀਤਾ, ਕਿਉਂ ਜੇ ਉਹ ਚੰਗੀ ਤਰ੍ਹਾਂ ਜਾਣਦਾ ਸੀ ਭਈ ਸ਼ਹਿਰ ਦੀਆਂ ਰੌਣਕਾਂ ਵੱਲ ਪਿੱਛਾ ਕਰਨ ਤੋਂ ਬਗੈਰ ਉਹਨੂੰ ਖੰਡਰ ਵਿੱਚ ਲੁਕਿਆ ਹੋਇਆ ਬਾਦਸ਼ਾਹੀ ਖਜ਼ਾਨਾ ਕਿਸੇ ਵੀ ਤਰੀਕੇ ਨਾਲ ਹਾਸਲ ਨਹੀਂ ਹੋ ਸਕਦਾ। ਇਸ ਲਈ ਉਹਨੇ ਵਕਤੀ ਮੁਸੀਬਤ ਨੂੰ ਆਪਣੇ ਸੀਨੇ ਦੇ ਨਾਲ ਲਾਣਾ ਪਸੰਦ ਕੀਤਾ, ਵਕਤੀ ਉਦਾਸੀ ਨੂੰ ਆਪਣੇ ਸੀਨੇ ਦੇ ਨਾਲ ਲਾਣਾ ਪਸੰਦ ਕੀਤਾ, ਵਕਤੀ ਵੀਰਾਨੀ ਨੂੰ ਆਪਣੇ ਸੀਨੇ ਦੇ ਨਾਲ ਲਾਣਾ ਪਸੰਦ ਕੀਤਾ, ਵਕਤੀ ਤਨਹਾਈ ਨੂੰ ਆਪਣੇ ਸੀਨੇ ਦੇ ਨਾਲ ਲਾਣਾ ਪਸੰਦ ਕੀਤਾ, ਵਕਤੀ ਅਕਲਾਪੇ ਨੂੰ ਆਪਣੇ ਸੀਨੇ ਦੇ ਨਾਲ ਲਾਣਾ ਪਸੰਦ ਕੀਤਾ ਅਤੇ ਵਕਤੀ ਫਕੀਰੀ ਨੂੰ ਆਪਣੇ ਸੀਨੇ ਦੇ ਨਾਲ ਲਾਣਾ ਪਸੰਦ ਕੀਤਾ ਤਾਂ ਜੋ ਉਹਨੂੰ ਹਮੇਸ਼ਾ ਦੀ ਬਾਦਸ਼ਾਹੀ ਹਾਸਲ ਹੋ ਸਕੇ। ਅਤੇ ਜਦੋਂ ਉਹਨੇ ਆਪਣੀ ਫਕੀਰੀ ਵਾਲੇ, ਆਪਣੀ ਉਦਾਸੀ ਵਾਲੇ, ਆਪਣੀ ਵੀਰਾਨੀ ਵਾਲੇ, ਆਪਣੀ ਗੁਰਬਤ ਵਾਲੇ, ਆਪਣੀ ਤਨਹਾਈ ਵਾਲੇ ਅਤੇ ਆਪਣੇ ਅਕਲਾਪੇ ਵਾਲੇ ਦਿਹਾੜੇ ਕੱਟ ਲਏ ਤਾਂ ਜਾ ਕੇ ਉਹਨੂੰ ਬਾਦਸ਼ਾਹੀ ਮਹੱਲਾਂ ਵਿੱਚ ਵਸੋਂ ਕਰਨ ਦਾ ਹੱਕ ਹਾਸਲ ਹੋਇਆ। ਭੈਣੋ ਤੇ ਭਰਾਓ, ਸਾਨੂੰ ਉਸ ਗਰੀਬ ਆਦਮੀ ਵਾਂਗੂ ਇਸ ਦੁਨੀਆ ਦੀਆਂ ਰੌਣਕਾਂ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੀਆਂ ਰੀਝਾਂ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੀਆਂ ਮੌਜਾਂ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੀਆਂ ਖੁਸ਼ੀਆਂ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੀਆਂ ਸਦਰਾਂ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੀਆਂ ਚਾਵਾਂ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੀਆਂ ਧੰਦਿਆਂ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੀਆਂ ਗਲਾਜ਼ਤਾਂ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੀਆਂ ਨਜਾਸਤਾਂ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੀਆਂ ਹਮਾਕਤਾਂ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੀਆਂ ਖਬਾਸਤਾਂ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੀਆਂ ਖਜਾਲਤਾਂ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੀਆਂ ਜ਼ਲਾਲਤਾਂ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੀਆਂ ਕਬਾਹਤਾਂ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੀਆਂ ਸ਼ਰਾਰਤਾਂ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੇ ਲਾਲਚ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੇ ਲੋਭ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੇ ਤਮੇ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੀ ਹਿਰਸ ਵੱਲ ਪਿੱਛਾ ਕਰਨਾ ਪਵੇਗਾ, ਇਸ ਦੁਨੀਆ ਦੀ ਹਵਸ ਵੱਲ ਪਿੱਛਾ ਕਰਨਾ ਪਵੇਗਾ ਅਤੇ ਇਸ ਦੁਨੀਆ ਦੇ ਸਭਨਾ ਬੇਕਾਰ ਕੰਮਾਂ ਕਾਰਾਂ ਵੱਲ ਪਿੱਛਾ ਕਰਨਾ ਪਵੇਗਾ। ਭਾਵੇਂ ਇੰਜ ਕਰਨ ਵਾਸਤੇ ਸਾਨੂੰ ਕਿੰਨੇ ਘਾਟੇ ਵੀ ਬਰਦਾਸ਼ਤ ਕਿਉਂ ਨਾ ਕਰਨੇ ਪੈ ਜਾਣ, ਫੇਰ ਜਾ ਕੇ ਸਾਨੂੰ ਉਸ ਆਸਮਾਨੀ ਬਾਦਸ਼ਾਹੀ ਵਿੱਚ, ਉਸ ਨਵੀਂ ਦੁਨੀਆ ਵਿੱਚ, ਉਸ ਨਵੇਂ ਜਹਾਨ ਵਿੱਚ, ਉਸ ਨਵੀਂ ਕਾਇਨਾਤ ਵਿੱਚ ਅਤੇ ਹਯਾਤੀ ਦੇ ਉਸ ਨਵੇਂ ਨਿਜ਼ਾਮ ਵਿੱਚ ਆਪਣੇ ਖੁਦਾ ਦੇ ਆਮਣੇ ਸਾਹਮਣੇ, ਆਪਣੇ ਨਜਾਤ ਦਹਿੰਦਾ ਦੇ ਆਮਣੇ ਸਾਹਮਣੇ, ਉਹਦਿਆਂ ਪੈਗੰਬਰਾਂ ਅਤੇ ਰਸੂਲਾਂ ਦੇ ਆਮਣੇ ਸਾਹਮਣੇ ਅਤੇ ਉਹਦਿਆਂ ਪਾਕ ਫਰਿਸ਼ਤਿਆਂ ਦੇ ਆਮਣੇ ਸਾਹਮਣੇ ਵਸੋਂ ਕਰਨ ਦਾ ਹੱਕ ਮਿਲੇਗਾ। ਜਿਵੇਂ ਉਸ ਗਰੀਬ ਆਦਮੀ ਨੂੰ ਮੁਕੰਮਲ ਤੌਰ ਤੇ ਫਕੀਰੀ ओढ़न ਤੋਂ ਬਾਅਦ ਬਾਦਸ਼ਾਹੀ ਨਸੀਬ ਹੋਈ, ਮੁਕੰਮਲ ਤੌਰ ਤੇ ਉਦਾਸੀ ओढ़न ਤੋਂ ਬਾਅਦ ਖੁਸ਼ੀ ਨਸੀਬ ਹੋਈ ਅਤੇ ਮੁਕੰਮਲ ਤੌਰ ਤੇ ਅਕਲਾਪੇ ओढ़न ਤੋਂ ਬਾਅਦ ਰੌਣਕਾਂ ਨਸੀਬ ਹੋਈਆਂ, ਬਿਲਕੁਲ ਉਸੇ ਤਰੀਕੇ ਨਾਲ ਮੈਨੂੰ ਤੇ ਤੁਹਾਨੂੰ ਇਸ ਦੁਨੀਆ ਨੂੰ ਦਾਅ ਤੇ ਲਾਉਣਾ ਪਵੇਗਾ ਤਾਂ ਕਿ ਅਬਦੀ ਦੁਨੀਆ ਸਾਡੇ ਹੱਥ ਲੱਗ ਜਾਵੇ। ਇਸ ਵਕਤੀ ਆਰਜ਼ੀ ਅਤੇ ਫਰਜ਼ੀ ਦੁਨੀਆ ਨੂੰ ਪਿਛਵਾੜੇ ਸੁੱਟਣਾ ਪਵੇਗਾ ਤਾਂ ਜੋ ਸਾਨੂੰ ਹਕੀਕੀ, ਹਤਮੀ ਅਤੇ
ਹਮੇਸ਼ਾ ਹਮੇਸ਼ਾ ਤੀਕ ਕਾਇਮ ਅਤੇ ਦਾਇਮ ਰਹਿਣ ਵਾਲੀ ਦੁਨੀਆ ਨਸੀਬ ਹੋ ਸਕੇ। ਜਿਵੇਂ ਖੁਦਾਵੰਦ ਯਿਸੂ ਮਸੀਹ ਨੇ ਆਪਣੀ ਮੁਕੱਦਸ ਜ਼ੁਬਾਨ ਚੋਂ ਫਰਮਾਇਆ ਸੀ, ਭਈ ਆਸਮਾਨ ਦੀ ਬਾਦਸ਼ਾਹੀ ਪੈਲੀ ਵਿੱਚ ਲੁਕੇ ਹੋਏ ਉਸ ਖਜ਼ਾਨੇ ਵਰਗੀ ਏ, ਜਿਹਨੂੰ ਇੱਕ ਬੰਦੇ ਨੇ ਵੇਖਿਆ ਅਤੇ ਉਹਦੇ ਉੱਤੇ ਮਿੱਟੀ ਪਾ ਕੇ ਆਪਣੇ ਘਰ ਟੁਰ ਗਿਆ ਅਤੇ ਖੁਸ਼ੀ ਦੇ ਨਾਲ ਜੋ ਕੁਝ ਉਹਦੇ ਕੋਲ ਹੈ ਸੀ ਵੇਚ ਵਟ ਕੇ ਖਜ਼ਾਨੇ ਵਾਲੀ ਉਸ ਪੈਲੀ ਨੂੰ ਖਰੀਦ ਲਿਆ। ਭੈਣੋ ਤੇ ਭਰਾਓ, ਇਹ ਦੁਨੀਆ ਸਾਡੇ ਹੱਥੀਂ ਆਵੇ ਅਤੇ ਭਾਵੇਂ ਨਾ ਆਵੇ, ਮਸੀਹ ਖੁਦਾਵੰਦ ਦਾ ਆਖਣਾ ਇਹ ਹੈ ਭਈ ਸਾਨੂੰ ਉਹ ਅਬਦੀ ਮੁਸਤਕਿਲ ਅਤੇ ਹਮੇਸ਼ਾ ਹਮੇਸ਼ਾ ਤੀਕ ਕਾਇਮ ਅਤੇ ਦਾਇਮ ਰਹਿਣ ਵਾਲੀ ਦੁਨੀਆ ਵਿੱਚ ਦਾਖਲੇ ਤੋਂ ਮਹਿਰੂਮ ਨਹੀਂ ਰਹਿਣਾ ਚਾਹੀਦਾ, ਤਾਂ ਜੋ ਅਸੀਂ ਹਮੇਸ਼ਾ ਹਮੇਸ਼ਾ ਤੀਕ ਖੁਦਾ ਬਾਪ ਨਾਲ, ਉਹਦੇ ਪੁੱਤਰ ਨਾਲ, ਉਹਦੇ ਨਬੀਆਂ ਨਾਲ, ਉਹਦੇ ਰਸੂਲਾਂ ਨਾਲ, ਉਹਦੇ ਫਰਿਸ਼ਤਿਆਂ ਨਾਲ, ਉਹਦੇ ਅਬਦੀ ਫਿਰਦੌਸ ਵਿੱਚ, ਉਹਦੀ ਅਬਦੀ ਸਵਰਗ ਵਿੱਚ, ਉਹਦੀ ਅਬਦੀ ਬਹਿਸ਼ਤ ਵਿੱਚ, ਉਹਦੀ ਅਬਦੀ ਦੁਨੀਆ ਵਿੱਚ, ਉਹਦੀ ਅਬਦੀ ਕਾਇਨਾਤ ਵਿੱਚ, ਉਹਦੇ ਅਬਦੀ ਜਹਾਨ ਵਿੱਚ ਅਤੇ ਉਹਦੇ ਹਯਾਤੀ ਦੇ ਉਸ ਅਬਦੀ ਨਿਜ਼ਾਮ ਵਿੱਚ ਵਸੋਂ ਕਰਨ ਦੇ ਲਾਇਕ ਬਣ ਜਾਵੀਏ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਇਸ ਕਲਾਮ ਦੇ ਵਸੀਲੇ ਨਾਲ ਬਰਕਤ ਦੇਵੇ। ਆਮੀਨ।